11ਵੀਂ ਵੀਡੀਓ ਮਸਕੀਨ ਜੀ ਦੀ ਆਪਣੀ ਲਿਖੀ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਅਤੇ ਪ੍ਰਚਾਰਕ ਸ਼੍ਰੇਣੀ। ਵਾਹਿਗੁਰੂ 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 ਵਾਹਿਗੁਰੂ। ਭਾਗ ਚੌਥਾ, ਪ੍ਰਚਾਰ ਦੇ ਤੌਰ ਤਰੀਕੇ। ਪ੍ਰਥਮ 9 ਖੰਡ ਵਿੱਚ ਫੈਲੇ ਇਤਿਹਾਸਕ ਅਸਥਾਨਾਂ ਨੂੰ ਗੁਰਮਤ ਪ੍ਰਚਾਰ ਦਾ ਇਲਾਕਾਈ ਕੇਂਦਰੀ ਸਥਾਨ ਬਣਾਇਆ ਜਾਵੇ। ਸਮਸਤ ਭਾਰਤ ਤੋਂ ਬਾਹਰ ਵੀ ਇਤਿਹਾਸਕ ਸਥਾਨ ਮੌਜੂਦ ਹਨ। ਅਰਬ, ਈਰਾਨ, ਅਫਗਾਨਿਸਤਾਨ ਤੇ ਰੂਸ ਵਿੱਚ ਇਹਨਾਂ ਅਸਥਾਨਾਂ ਦੇ ਨਿਸ਼ਾਨ ਮੌਜੂਦ ਹਨ। ਤਿੱਬਤ, ਭੂਟਾਨ, ਲੇਹ ਲਦਾਖ ਤੇ ਬਰਮਾ ਵਿੱਚ ਵੀ ਕਦੀਮ ਅਸਾਰ ਵੇਖੇ ਗਏ ਹਨ। ਗੁਰਦੁਆਰਿਆਂ ਦੀ ਗੋਲਕ ਦਾ ਸਾਰਾ ਧਨ ਇਹਨਾਂ ਸਥਾਨਾਂ ਦੀ ਦੇਖਰੇਖ ਤੇ ਇਲਾਕਾਈ ਪ੍ਰਚਾਰ ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਕਲਗੀਧਰ ਦੇ ਮਹਾਨ ਸੰਦੇਸ਼ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਅਗਰ ਇਹ ਧਨ ਗਰੀਬ ਦੇ ਮੂੰਹ ਵਿੱਚ ਪਾਇਆ ਜਾਵੇ ਤਾਂ ਗਰੀਬ ਦੀ ਜ਼ੁਬਾਨ ਤੇ ਜਾਨ ਵਿੱਚ ਸਿੱਖੀ ਪਾਈ ਜਾ ਸਕਦੀ ਹੈ। ਸਾਡੀ ਖੁਸ਼ਕਿਸਮਤੀ ਹੈ ਕਿ ਗੁਰਮਤ ਦੀ ਪਨੀਰੀ ਸਮਸਤ ਭਾਰਤ ਵਿੱਚ ਪਾਈ ਜਾਂਦੀ ਹੈ, ਜਿਨ੍ਹਾਂ ਨੂੰ ਅਸੀਂ ਸਹਿਜਧਾਰੀ ਕਹਿੰਦੇ ਹਾਂ। ਐਸੀ ਪਨੀਰੀ ਕਿਸੇ ਕੋਲ ਵੀ ਨਹੀਂ ਹੈ, ਕਿਉਂਕਿ ਸਿੱਖ ਧਰਮ ਸਾਂਝਾ ਤੇ ਵਿਸ਼ਾਲ ਧਰਮ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਂਝੀਵਾਲਤਾ ਦੇ ਵਿਸ਼ਾਲਤਾ ਦੇ ਸਾਗਰ ਹਨ। ਬੁੱਧੀ ਭਿਕਸ਼ੂਆਂ ਨੇ ਤਾਂ ਮਹਾਤਮਾ ਬੁੱਧ ਨੂੰ ਏਸ਼ੀਆ ਦਾ ਚਾਨਣ ਹੀ ਬਣਾਇਆ ਸੀ, ਪਰ ਗੁਰੂ ਗ੍ਰੰਥ ਸਾਹਿਬ ਤਾਂ ਸਾਰੇ ਸੰਸਾਰ ਦਾ ਚਾਨਣ ਹਨ। ਪਰੰਤੂ ਇਸ ਮਹਾਨ ਸੂਰਜ ਅੱਗੇ ਪ੍ਰਬੰਧਕੀ ਢਾਂਚੇ ਦੀਆਂ ਕਾਲੀਆਂ ਬੱਦਲੀਆਂ ਛਾਈਆਂ ਹੋਈਆਂ ਹਨ, ਜਿਸ ਕਰਕੇ ਸੰਸਾਰ ਵਿੱਚ ਇਸ ਚਾਨਣ ਤੋਂ ਵਾਂਝਾ ਹੈ। ਕ੍ਰਾਂਤੀ ਦੀ ਜ਼ੋਰਦਾਰ ਤੂਫਾਨੀ ਪੌਣ ਚਲਾ ਕੇ ਇਹਨਾਂ ਕਾਲੇ ਬੱਦਲਾਂ ਨੂੰ ਭਜਾਇਆ ਜਾ ਸਕਦਾ ਹੈ, ਨਸਾਇਆ ਜਾ ਸਕਦਾ ਹੈ। ਸਾਨੂੰ ਇੱਕੋ ਸਮੇਂ ਸੰਘਰਸ਼ ਲਈ ਕਈ ਮੋਰਚੇ ਖੋਲ੍ਹਣੇ ਪੈਣੇ ਹਨ। ਪ੍ਰਬੰਧਕੀ ਢਾਂਚੇ ਨਾਲ ਸੰਘਰਸ਼, ਭਾਵ ਤੇ ਗਿਆਨਹੀਨ ਪ੍ਰਚਾਰਕ ਸ਼੍ਰੀ ਨਾਲ ਸੰਘਰਸ਼, ਡੇਰੇਦਾਰ ਤੇ ਬਨਾਵਟੀ ਗੁਰੂਆਂ ਨਾਲ ਸੰਘਰਸ਼। ਇਸ ਦੇ ਲਈ ਸ਼ਕਤੀਸ਼ਾਲੀ ਸੰਗਠਨ ਬਣਾ ਕੇ ਸੰਘਰਸ਼ ਕਰਨਾ ਪਵੇਗਾ। ਭਾਗ ਪੰਜਵਾਂ, ਸੰਘਰਸ਼ ਦੀ ਰੂਪ ਰੇਖਾ। ਜੋ ਪੜ੍ਹੇ ਲਿਖੇ ਗੁਰਮਤਿ ਹਿਤੈਸ਼ੀ ਤੇ ਕੰਮਕਾਜ ਤੋਂ ਰਿਟਾਇਰ ਹੋ ਚੁੱਕੇ ਹਨ ਤੇ ਆਪਣਾ ਸਮਾਜ ਸਿਮਰਨ ਅਭਿਆਸ ਵਿੱਚ ਲਾਉਂਦੇ ਹਨ, ਉਹ ਹੁਣ ਕਮਰ ਕੱਸ ਕੇ ਅੱਗੇ ਆਵਣ। ਹਰ ਵੱਡੇ ਸ਼ਹਿਰ ਵਿੱਚ 10 ਤੇ ਛੋਟੇ ਸ਼ਹਿਰ ਵਿੱਚ 5 ਤਾਂ ਹੋਣੇ ਹੀ ਚਾਹੀਦੇ ਹਨ। ਇਸ ਕ੍ਰਾਂਤੀਕਾਰੀ ਯੋਜਨਾ ਨੂੰ ਸੰਗਤਾਂ ਵਿੱਚ ਪ੍ਰਚਾਰਨ ਤੇ ਉਸਦੇ ਪ੍ਰਭਾਵ ਦਾ ਅਧਿਐਨ ਕਰਨ। ਇਕੱਲੇ ਗੁਰਸਿੱਖ ਦੇ ਕੰਨਾਂ ਵਿੱਚ ਕ੍ਰਾਂਤੀਕਾਰੀ ਯੋਜਨਾ ਦੀ ਖਬਰ ਪਾਉਣ, ਤਾਂ ਕਿ ਇਲਾਕਾਈ ਸੰਗਤਾਂ ਸੰਘਰਸ਼ ਲਈ ਯੋਜਨਾਬੰਦ ਹੋ ਸਕਣ। ਇਸ ਪ੍ਰੇਰਨਾ ਦੇ ਪ੍ਰਚਾਰ ਲਈ ਗੁਰਦੁਆਰਿਆਂ ਦੀ ਸਟੇਜ ਤਾਂ ਮਿਲਣੀ ਕਠਿਨ ਹੈ, ਪਰ ਇਸ ਵਾਸਤੇ ਗੱਲ ਵਿਅਕਤੀਗਤ ਰੂਪ ਵਿੱਚ ਇੱਕ ਦੇ ਕੰਨ ਵਿੱਚ ਪਾਉਣੀ ਪਵੇਗੀ। ਸੰਘਰਸ਼ ਵਿੱਚ ਆਏ ਵਿਅਕਤੀ ਦੀ ਦ੍ਰਿੜ ਇਰਾਦਾ ਰੱਖਦੇ ਹੋਣ ਅਤੇ ਕੁਝ ਆਪਣੀ ਸੋਚਣੀ ਵਿੱਚ ਉਸ ਸਾਰੂ ਰੁਚੀ ਨੂੰ ਪਹਿਲ ਦੇਣ ਕੇ ਧਾਰਮਿਕ ਸਥਾਨ ਕੇਵਲ ਧਾਰਮਿਕ ਵਿਅਕਤੀ ਹੀ ਚਲਾ ਸਕਦੇ ਹਨ। ਪਰੰਤੂ ਬਦਕਿਸਮਤੀ ਇਹ ਹੈ ਕਿ ਅੱਜ ਗੁਰਦੁਆਰੇ ਵੀ ਰਾਜਨੀਤਿਕਾਂ ਦੇ ਹੱਥ ਵਿੱਚ ਆ ਗਏ ਹਨ, ਜਿਸ ਕਰਕੇ ਗੁਰਦੁਆਰਿਆਂ ਦੀ ਹਾਲਤ ਪਾਰਲੀਮੈਂਟ ਤੇ ਅਸੈਂਬਲੀ ਹਾਲਾਂ ਜੈਸੀ ਹੁੰਦੀ ਜਾ ਰਹੀ ਹੈ। ਧਾਰਮਿਕ ਸਾਰੂ ਰੁਚੀਆਂ ਰੱਖਣ ਵਾਲੇ ਐਸੇ ਬਣੇ ਮਾਹੌਲ ਤੋਂ ਕਿਨਾਰਾਕਸ਼ੀ ਕਰ ਜਾਂਦੇ ਹਨ, ਜਦ ਕਿ ਹੁਣ ਸਮਾਂ ਆ ਗਿਆ ਹੈ ਕਿ ਧਾਰਮਿਕ ਅਸਾਰੂ ਰੁਚੀਆਂ ਰੱਖਣ ਵਾਲੇ ਅੱਗੇ ਵਧਣ ਤੇ ਇਸ ਨੂੰ ਸਤਿਗੁਰਾਂ ਦੀ ਮਹਾਨ ਸੇਵਾ ਸਮਝ ਕੇ ਆਪਣੀ ਖੁਸ਼ਕਿਸਮਤੀ ਸਮਝਣ। ਸੰਘਰਸ਼ ਵਿੱਚ ਸਫਲਤਾ ਤੋਂ ਬਾਅਦ ਗੁਰਦੁਆਰਿਆਂ ਦੀ ਆਰਥਿਕ ਸ਼ਕਤੀ ਨੂੰ ਨਾਮ ਅਭਿਆਸ ਕੇਂਦਰਾਂ ਤੇ ਖਰਚ ਕਰਨ ਅਤੇ ਅਭਿਆਸ ਵਿੱਚ ਸਫਲਤਾ ਮਿਲਣ ਵਾਲਿਆਂ ਦੇ ਹੱਥਾਂ ਵਿੱਚ ਗੁਰਦੁਆਰਿਆਂ ਦੀ ਵਾਂਗ ਡੋਰ ਦੇ ਦੇਣ। ਭਾਗ 6, ਨਾਮ ਅਭਿਆਸੀਆਂ ਦੀ ਜ਼ਿੰਮੇਵਾਰੀ। ਨਾਮ ਅਭਿਆਸੀ ਹਰ ਕੌਮ ਵਿੱਚ ਹਰ ਸਮੇਂ ਹੁੰਦੇ ਹਨ, ਲੇਕਿਨ ਬਹੁ ਗਿਣਤੀ ਵਿੱਚ ਅਕਸਰ ਨਾਮ ਅਭਿਆਸੀ ਸੰਘਰਸ਼ਸ਼ੀਲ ਹੁੰਦੇ ਹਨ। ਜੀਵਨ ਦਾ ਲਕਸ਼ ਤਾਂ ਨਾਮ ਅਭਿਆਸ ਦੁਆਰਾ ਪ੍ਰਮਾਤਮਾ ਦੀ ਪ੍ਰਾਪਤੀ ਹੀ ਹੈ, ਲੇਕਿਨ ਨਾਮ ਅਭਿਆਸੀ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਰੀਤੀਆਂ ਨੂੰ ਦੇਖਦੇ ਹੋਏ ਸੁਭਾਵ ਅਨੁਸਾਰ ਚੁੱਪ ਰਹਿ ਜਾਣ ਔਰ ਸੰਘਰਸ਼ੀਲ ਹੋ ਜਾਣ ਤਾਂ ਇਹਨਾਂ ਆਈਆਂ ਹੋਈਆਂ ਕ੍ਰੀਤੀਆਂ ਨੂੰ ਹਟਾਇਆ ਹੀ ਨਹੀਂ ਜਾ ਸਕਦਾ। ਭਾਈ ਗੁਰਦਾਸ ਜੀ ਨੇ ਵੀ ਇਹ ਇਸ਼ਾਰਾ ਕੀਤਾ ਹੈ, ਸਿਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਭਾਈ ਗੁਰਦਾਸ ਜੀ, ਕਾਰਜ ਦੀ ਸਿੱਧੀ ਤਾਂ ਸਿੱਧ ਪੁਰਸ਼ਾਂ ਤੋਂ ਹੀ ਹੋ ਸਕਦੀ ਹੈ। ਬਾਕੀਆਂ ਦਾ ਸੰਘਰਸ਼ ਲੋਹ ਹੰਕਾਰ ਉੱਪਰ ਆਸ਼ਰਿਤ ਹੁੰਦਾ ਹੈ, ਜਿਸ ਨਾਲ ਮਨੋਰਥ ਓਲੇ ਹੋ ਜਾਂਦਾ ਹੈ ਅਤੇ ਸੁਧਾਰ ਦੀ ਥਾਂ ਵਿਗਾੜ ਹੀ ਮਨੁੱਖਾਂ ਦੇ ਪੱਲੇ ਪੈਂਦਾ ਹੈ। ਸੋ ਨਾਮ ਅਭਿਆਸੀ ਹੀ ਇਸ ਸੁਧਾਰਕ ਸੰਘਰਸ਼ ਵਿੱਚ ਆਉਣੇ ਚਾਹੀਦੇ ਹਨ। ਨਾਮ ਅਭਿਆਸ ਤੋਂ ਮਿਲੀ ਸੂਝ-ਬੂਝ ਤੇ ਸ਼ਕਤੀ ਨੂੰ ਹੁਣ ਇਸ ਧਾਰਮਿਕ ਸੁਧਾਰ ਵਿੱਚ ਹੀ ਖਰਚ ਕਰਨਾ ਚਾਹੀਦਾ ਹੈ। ਜਦ ਵੀ ਦੁਨੀਆ ਵਿੱਚ ਜੀਵਨ ਦੇ ਹਰ ਪੱਖ ਵਿੱਚ ਵਿਗਾੜ ਆਇਆ
ਤਾਂ ਅਵਤਾਰਾਂ ਤੇ ਭਗਤਾਂ ਨੇ ਹੀ ਉਸ ਦਾ ਸੁਧਾਰ ਕੀਤਾ। ਜਦ ਕੋਈ ਰਾਜਨੀਤਿਕ ਲੋਭ ਅਹੰਕਾਰ ਵਸ ਹੋ ਕੇ ਅਖੌਤੀ ਸੁਧਾਰ ਦਾ ਨਾਰਾ ਲਾਉਂਦਾ ਹੈ ਤਾਂ ਸੈਂਕੜੇ ਹਜ਼ਾਰਾਂ ਤੇ ਕਰੋੜਾਂ ਦੀਆਂ ਗਰਦਨਾਂ ਨੂੰ ਕੱਟ ਕੇ ਤਬਾਹੀਆਂ ਤੇ ਬਰਬਾਦੀਆਂ ਹੀ ਪੈਦਾ ਕਰਦਾ ਹੈ। ਹਿਟਲਰ 2 ਕਰੋੜ ਬੰਦਿਆਂ ਦਾ ਕਾਤਲ ਹੈ। 2.5 ਕਰੋੜ ਚੀਨ ਵਿੱਚ ਕਤਲ ਕੀਤੇ ਗਏ ਤੇ ਕਰੋੜਾਂ ਦੀਆਂ ਕਬਰਾਂ ਰੂਸ ਵਿੱਚ ਬਣੀਆਂ ਹੋਣ ਤੇ ਪਿੱਛੋਂ ਭੁੱਖਮਰੀ ਤੇ ਪਛੜਾਪਣ ਮਨੁੱਖਤਾ ਦੇ ਹੱਥ ਲੱਗਾ। ਦੁਨਿਆਵੀ ਪੱਧਰ ਤੇ ਆਈਆਂ ਕੁਰੀਤੀਆਂ ਅਤੇ ਮਹਾਪੁਰਸ਼ਾਂ ਦੁਆਰਾ ਉਪਕਾਰ ਦੇ ਅਪਣਾਏ ਗਏ ਢੰਗ। ਧਰਮ ਦੇ ਨਾਮ ਤੇ ਬ੍ਰਾਹਮਣਾਂ ਨੇ ਹਜ਼ਾਰਾਂ ਸਾਲ ਸ਼ੂਦਰਾਂ ਲਈ ਧਾਰਮਿਕ ਮੰਦਿਰਾਂ ਦੇ ਦਰਵਾਜ਼ੇ ਬੰਦ ਰੱਖੇ। ਬਹੁ ਗਿਣਤੀ ਨੂੰ ਧਰਮ ਦੀ ਸੂਝ-ਬੂਝ ਤੋਂ ਵਾਂਝਾ ਰੱਖਣ ਦਾ ਮੁੱਦਾ ਇਹ ਸੀ ਕਿ ਧਰਮ ਦੀ ਸ਼ਕਤੀ ਜੋ ਸਾਡੇ ਹੱਥਾਂ ਵਿੱਚ ਹੈ ਕਿਧਰੇ ਸੱਤਾਧਾਰੀ ਧਾਰਮਿਕ ਹੱਥਾਂ ਵਿੱਚ ਨਾ ਚਲੀ ਜਾਏ ਅਤੇ ਅਸੀਂ ਧਰਮ ਤੋਂ ਜੋ ਆਰਥਿਕ ਲਾਭ ਪ੍ਰਾਪਤ ਕਰਦੇ ਹਾਂ ਕਿਧਰੇ ਵਾਂਝੇ ਨਾ ਰਹਿ ਜਾਈਏ। ਸੰਸਾਰ ਦਾ ਉਹ ਸਭ ਤੋਂ ਵੱਡਾ ਬਦਕਿਸਮਤ ਦਿਹਾੜਾ ਸੀ ਜਦ ਧਰਮ ਧੰਦਾ ਬਣਿਆ ਅਤੇ ਧੰਦਾ ਬਣਦਿਆਂ ਬਜ਼ਾਰੀ ਹੋ ਗਿਆ। ਫਿਰ ਧਰਮ ਨੂੰ ਰਾਜਨੀਤੀ ਦਾ ਲਬਾਦਾ ਪਹਿਨਾ ਦਿੱਤਾ ਗਿਆ। ਰਾਜਨੀਤੀ ਦਾ ਸਾਰਾ ਝੂਠ ਫਰੇਬ ਤੇ ਮਕਾਰੀ ਦਾ ਜਾਲ ਧਰਮ ਮੰਦਰਾਂ ਵਿੱਚ ਪਸਰ ਗਿਆ। ਸਦੀਆਂ ਤੋਂ ਧਰਮ ਦੀ ਇਹੋ ਰੂਪਰੇਖਾ ਮਨੁੱਖਤਾ ਦੇ ਸਾਹਮਣੇ ਚਲੀ ਆ ਰਹੀ ਹੈ ਅਤੇ ਮਨੁੱਖਤਾ ਦੀ ਵੀ ਇਸੇ ਮਾਹੌਲ ਵਿੱਚ ਜੀਵਨ ਦੀ ਆਦਤ ਬਣ ਗਈ ਦਿਸਦੀ ਹੈ। ਇਸ ਸਾਰੀ ਵਿਚਾਰਧਾਰਾ ਨੂੰ ਮੋੜਨਾ ਵਿਸ਼ਾਲ ਦਰਿਆਵਾਂ ਦੇ ਰੁੱਖ ਨੂੰ ਮੋੜਨਾ ਹੈ। ਇਤਨੇ ਵੱਡੇ ਧਰਮ ਦੇ ਨਾਮ ਤੇ ਹੋ ਰਿਹਾ ਨਰਸ ਤੇ ਵਹਿਣ ਦੀ ਮੁੱਠ ਨੂੰ ਭਰ ਰੇਤ ਨਾਲ ਰੋਕਣਾ ਕਠਿਨ ਹੈ। ਇਸ ਲਈ ਪੂਰੀ ਸ਼ਕਤੀ, ਤਨਜੀਮ, ਸਿਆਣਪ ਤੇ ਉਤਸ਼ਾਹ ਉਮੰਗ ਦੀ ਲੋੜ ਹੈ। ਬ੍ਰਾਹਮਣਾ ਕਰਕੇ ਜਦ ਧਰਮ ਸ਼ੁੱਧ ਰੂਪ ਵਿੱਚ ਧੰਦਾ ਬਣਿਆ ਤਾਂ ਸਿਧਾਰਥ ਮਹਾਤਮਾ ਬੁੱਧ ਆਪਣੀ ਤਰਕ ਸ਼ਕਤੀ ਨਾਲ ਇਸ ਦਾ ਖੰਡਨ ਕਰਨ ਵਿੱਚ ਸਫਲ ਹੋਇਆ। ਪੂਰੀ ਤਨਜੀਮ, ਤਾਲੀਮ ਤੇ ਸਾਧਨਾ ਦੀ ਅਧਿਆਤਮਕ ਸ਼ਕਤੀ ਲੈ ਕੇ ਜਦ ਮਹਾਤਮਾ ਬੁੱਧ ਨੇ ਆਪਣੇ ਕਦਮ ਪਸਾਰੇ ਤਾਂ ਬ੍ਰਾਹਮਣਾਂ ਦੇ ਧਰਮ ਦੇ ਬਾਜ਼ਾਰ ਲੁੱਟ-ਪੁੱਟ ਗਏ। ਧਾਰਮਿਕ ਤੌਰ ਤੇ ਉਤਸ਼ਾਹੀਨ ਤੇ ਰੂਹਾਨੀ ਬਲ ਦੇ ਨਾ ਹੋਣ ਕਰਕੇ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਦੇ ਅੱਗੇ ਟਿਕ ਨਾ ਸਕਿਆ। ਛੋਟੇ-ਛੋਟੇ ਝਰਨੇ ਮਿਲ ਕੇ ਜਿਵੇਂ ਇੱਕ ਵੱਡਾ ਦਰਿਆ ਬਣ ਜਾਂਦਾ ਹੈ ਤਿਵੇਂ ਹੀ ਬਹੁਤ ਛੋਟੇ-ਛੋਟੇ ਬਹੁਤ ਸਾਰੇ ਧਾਰਮਿਕ ਸੰਗਠਨ ਇਸ ਬੋਧੀ ਲਹਿਰ ਵਿੱਚ ਸ਼ਾਮਲ ਹੋ ਗਏ। ਸਹਿਜੇ ਬੁੱਧ ਧਰਮ ਇੱਕ ਵਿਸ਼ਾਲ ਸਾਗਰ ਬਣ ਗਿਆ ਜਿਸ ਨੇ ਬ੍ਰਾਹਮਣੀ ਨਮਾਜ਼ ਦੀ ਸਾਰੀ ਧਰਤੀ ਨੂੰ ਆਪਣੇ ਵਿੱਚ ਡੁਬੋ ਲਿਆ। ਬੜੇ ਤਾਰਕਿਕ ਵਿਚਾਰਕ ਗੁੰਜਨ ਮਹਾਤਮਾ ਬੁੱਧ ਦੀ ਵਿਲੱਖਣ ਸ਼ਕਤੀ ਤੋਂ ਪ੍ਰਭਾਵਿਤ ਹੋ ਬੋਧੀ ਹੋ ਗਏ। ਬਾਅਦ ਵਿੱਚ ਰਾਜੇ ਅਸ਼ੋਕ ਜੈਸੇ ਛਤਰਪਤੀ ਤੇ ਹੋਰ ਛੋਟੇ-ਛੋਟੇ ਰਜਵਾੜਿਆਂ ਦੀ ਆਰਥਿਕ ਸ਼ਕਤੀ ਨੇ ਇਸ ਲਹਿਰ ਨੂੰ 4 ਚੰਦ ਲਾ ਦਿੱਤੇ। ਰਾਜਾ ਅਸ਼ੋਕ ਖੁਦ ਵੀ ਭਿਕਸ਼ੂ ਬਣ ਗਿਆ ਤੇ ਉਸ ਦੀ ਲੜਕੀ ਭਿਕਸ਼ਣੀ। ਸਾਰਾ ਭਾਰਤ ਮਹਾਤਮਾ ਬੁੱਧ ਦੇ ਧਾਰਮਿਕ ਵਿਚਾਰਾਂ ਦੇ ਉੱਲੀ ਦੇ ਵਿੱਚ ਆ ਗਿਆ। ਬਾਅਦ ਵਿੱਚ ਭਾਰਤ ਦੀਆਂ ਸਰਹੱਦਾਂ ਟੱਪ ਕੇ ਇਹ ਬੁੱਧ ਧਰਮ ਅਫਗਾਨਿਸਤਾਨ, ਉਜ਼ਬੇਕਿਸਤਾਨ, ਤੁਰਕਮਨਿਸਤਾਨ ਦੇ ਵਿਹੜੇ ਵਿੱਚ ਜਾ ਵੜਿਆ। ਮਹਾਤਮਾ ਬੁੱਧ ਦੀ ਖੂਬਸੂਰਤ ਕਾਬਲੇ ਦੀਦ ਮੂਰਤੀ ਅੱਜ ਵੀ ਬਾਮੀਆਂ ਅਫਗਾਨਿਸਤਾਨ ਵਿੱਚ ਸਥਿਤ ਹੈ। ਮਹਾਤਮਾ ਬੋਧੀ ਤੇ ਬੋਧੀ ਭਿਕਸ਼ੂ ਆਪਣੀ ਰੂਹਾਨੀ ਸ਼ਕਤੀ ਨਾਲ ਰੋਜ਼ ਜ਼ਿੰਦਗੀ ਬਖਸ਼ਦੇ ਰਹੇ ਜਿਸ ਨਾਲ ਬੁੱਧ ਧਰਮ ਉਚਾਈਆਂ ਨੂੰ ਵਧਣ ਲੱਗਾ ਤੇ ਮਤ ਮਤਾਂਤਰਾਂ ਨੇ ਟੀਲੇ ਇਸ ਗਹਿਰੇ ਸਾਗਰ ਵਿੱਚ ਡੁੱਬਦੇ ਗਏ। ਭਾਗ 1 ਸਮਾਂ ਤੇ ਸਥਾਨਕ ਦੂਰੀ। ਮਹਾਤਮਾ ਬੁੱਧ ਦੇ ਦੇਹ ਤਿਆਗਣ ਤੋਂ ਮਗਰੋਂ ਮਨੁੱਖੀ ਸਭਾ ਅਨੁਸਾਰ ਬੋਧੀ ਭਿਕਸ਼ੂਆਂ ਤੇ ਮੁਖੀਆਂ ਵਿੱਚ ਮਤਭੇਦ ਵਧਦੇ ਗਏ। ਜਿਨ੍ਹਾਂ ਸੋਹਣੇ ਕੀਮਤੀ ਮੋਤੀਆਂ ਤੇ ਮਣਕਿਆਂ ਨੂੰ ਮਹਾਤਮਾ ਬੁੱਧ ਨੇ ਆਪਣੀ ਰੂਹਾਨੀ ਸ਼ਕਤੀ ਵਿੱਚ ਪਰੋ ਕੇ ਰੱਖਿਆ ਹੋਇਆ ਸੀ ਧਾਗੇ ਦੇ ਟੁੱਟਦਿਆਂ ਹੀ ਇਹ ਮੋਤੀਆਂ ਦੇ ਮਣਕੇ ਬਿਖਰਨ ਲੱਗ ਪਏ। ਮਨੁੱਖੀ ਸੁਭਾਅ ਦਾ ਪ੍ਰਬਲ ਔਗਣ ਅਹੰਕਾਰ ਗਰਭ ਧਾਰਨ ਕਰ ਚੁੱਕਿਆ ਸੀ। ਹਤੈਸ਼ੀਆਂ ਨੂੰ ਅਹੰਕਾਰ ਦੇ ਕਾਰਨ ਬੋਧੀ ਭਿਕਸ਼ੂਆਂ ਦੇ ਪੈਰ ਭਾਰੀ ਦਿਸਣ ਲੱਗੇ। ਭਾਰੀ ਪੈਰਾਂ ਵਿੱਚ ਤੇਜ਼ ਗਤੀ ਨਹੀਂ ਰਹਿ ਜਾਂਦੀ। ਸਹਿਜੇ ਅਹੰਕਾਰ ਨੇ ਜਨਮ ਲਿਆ। ਘਰ ਵੰਡਿਆ ਗਿਆ ਔਰ ਟੁਕੜੇ ਹੋ ਗਿਆ। ਇਸ ਢਹਿੰਦੀ ਤੇ ਘਟਦੀ ਸਤਾ ਨੂੰ ਵੇਖ ਕੇ ਖੇਰੂ ਹੋ ਚੁੱਕਿਆ ਬ੍ਰਾਹਮਣੀ ਸਮਾਜ ਫਿਰ ਸੰਗਠਿਤ ਹੋਣ ਲੱਗਾ। ਜਗਤ ਗੁਰੂ ਸ਼ੰਕਰਾਚਾਰਿਆ ਦੀ ਤਰਕ ਸ਼ਕਤੀ ਤੇ ਸਰਵਰਣ ਜਾਤੀ ਦੇ ਰਜਵਾੜਿਆਂ ਦੀ ਆਰਥਿਕ ਸ਼ਕਤੀ ਦੇ ਸਾਹਮਣੇ ਬੁੱਧ ਧਰਮ ਟਿਕ ਨਾ ਸਕਿਆ। ਰਜਵਾੜਿਆਂ ਨੇ ਜਿੱਥੇ ਪੈਰ ਕੱਟ ਦਿੱਤੇ ਜਗਤ ਗੁਰੂ ਸ਼ੰਕਰਾਚਾਰਿਆ ਨੇ ਪੈਰ ਰੋਕ ਦਿੱਤੇ। ਬਚਿਆ ਖੁਚਿਆ ਬੁੱਧ ਧਰਮ ਬਕੌਲੇ ਇਕਬਾਲ ਮਕਾਰੀ ਦਾ ਜਾਮਾ ਪਹਿਨ ਚੁੱਕਿਆ ਸੀ। ਸਮਾਂ ਗੌਤ ਮੇਂ ਜਲ ਰਹੀ ਹੈ ਮਹਿਫਿਲੇ ਅੰਗਿਆਰ ਮੇਂ। ਭਗੌੜੇ ਬੌਧੀ ਭਿਕਸ਼ੂਆਂ ਨੂੰ ਤਿੱਬਤ ਚੀਨ ਵਿੱਚ ਹੀ ਪਨਾਹ ਮਿਲ ਸਕੀ। ਹੁਣ ਬਹੁਤਾਤ ਥਾਵਾਂ ਤੇ ਬੁੱਧ ਧਰਮ ਦੀ ਲਾਸ਼ ਦਾ ਹੀ ਪੂਜਨ ਚੱਲ ਰਿਹਾ ਹੈ। ਇਹ ਵਿਅਕਤੀਗਤ ਇਕਾਂਤੜੀ ਕੋਠਰੀ ਵਿੱਚ ਬੈਠ ਦੀਵਾ ਜਲਾ ਰੌਸ਼ਨੀ ਮਾਣ ਰਿਹਾ ਹੈ। ਵਿਆਪਕ ਰੂਪ ਵਿੱਚ ਹੁਣ ਕੁਝ ਵੀ ਨਹੀਂ ਹੈ। ਸ਼ੰਕਰਾਚਾਰਿਆ ਨੇ ਜੋ ਸੰਨਿਆਸ ਦੀ ਲਹਿਰ ਚਲਾਈ ਉਹ ਸ਼ੰਕਰਾਚਾਰਿਆ ਦੇ ਦਮ ਤੋੜਨ ਨਾਲ ਹੀ ਦਮ ਤੋੜ ਗਈ। ਫਿਰ ਮਛੰਦਰ ਤੇ
ਗੋਰਖ ਨੇ ਧਰਮ ਦੀ ਵਾਂਗਡੋਰ ਸੰਭਾਲੀ। ਗੋਰਖ ਦੀ ਇਹ ਸੋਚਣੀ ਤਾਂ ਸਹੀ ਸੀ ਕਿ ਧਨ ਕਮਾਉਣ ਦੇ ਕੇਵਲ ਇੱਕ ਨਹੀਂ ਅਨੇਕਾਂ ਤਰੀਕੇ ਹਨ, ਭੁੱਖ ਮਿਟਾਉਣ ਲਈ ਇੱਕ ਨਹੀਂ ਅਨੇਕਾਂ ਪ੍ਰਕਾਰ ਦੇ ਭੋਜਨ ਹਨ। ਜਿਵੇਂ ਹੀ ਧਰਮ ਪ੍ਰਾਪਤੀ ਦੇ ਅਨੇਕਾਂ ਸਾਧਨ ਜਟਾਏ ਜਾ ਸਕਦੇ ਹਨ, ਰੂਹਾਨੀ ਭੁੱਖ ਦੀ ਪੂਰਤੀ ਲਈ ਅਨੇਕਾਂ ਵਿਧੀ ਪੂਰਵਕ ਕਰਮ ਹੋ ਸਕਦੇ ਹਨ। ਪ੍ਰਬਲ ਦੀਲ ਤੇ ਪ੍ਰਚਾਰਨ ਦੇ ਢੰਗ ਦਾ ਐਸਾ ਅਸਰ ਹੋਇਆ ਕਿ ਭਾਰਤ ਜੋਗੀਆਂ ਦੀ ਲਪੇਟ ਵਿੱਚ ਆ ਗਿਆ। ਭਰਥਰੀ ਤੇ ਗੋਪੀ ਚੰਦ ਜੈਸੇ ਪ੍ਰਭਾਵਸ਼ਾਲੀ ਰਾਜੇ ਜੋਗੀ ਬਣਦੇ ਗਏ। ਨੇਪਾਲ ਦੇ ਲੋਕ ਗੋਰਖ ਤੋਂ ਇਤਨੇ ਮੁਤਸਿਰ ਹੋਏ ਕਿ ਉਹਨਾਂ ਨੂੰ ਗੋਰਖ ਆਖਿਆ ਜਾਣ ਲੱਗਿਆ। ਗੋਰਖ ਦੇ ਨਾਮ ਤੇ ਗੋਰਖਪੁਰ ਸ਼ਹਿਰ ਵਸਿਆ, ਪਰੰਤੂ ਗੋਰਖ ਦਾ ਰੋਜ਼-ਰੋਜ਼ ਪ੍ਰਮਾਤਮਾ ਪ੍ਰਾਪਤੀ ਲਈ ਨਵੀਂ ਵਿਧੀ ਅਪਣਾਉਣਾ ਆਮ ਸਧਾਰਨ ਲੋਕਾਂ ਲਈ ਕਠਿਨ ਜਾਪਿਆ ਅਤੇ ਆਮ ਲੋਕਾਂ ਵਿੱਚ ਇਹ ਵਿਧੀਆਂ ਗੋਰਖ ਧੰਦਾ ਜਾਣੀਆਂ ਜਾਣ ਲੱਗ ਪਈਆਂ। ਗੋਰਖ ਤੋਂ ਬਾਅਦ ਗੋਰਖ ਦੇ ਚੇਲਿਆਂ ਨੇ ਵੀ ਜੋਗਮਤ ਨੂੰ ਸ਼ੁੱਧ ਧੰਦਾ ਹੀ ਬਣਾ ਦਿੱਤਾ। ਜੋਗਮਤ ਬਾਜ਼ਾਰ ਵਿੱਚ ਆ ਕੇ ਬਾਜ਼ਾਰੀ ਬਣ ਕੇ ਰਹਿ ਗਿਆ। ਹੁਣ ਤਾਂ ਸਿਰਫ ਨਾਮ ਹੀ ਬਾਕੀ ਹਨ। ਵਲਭਾਚਾਰੀਆ, ਰਾਮਾਨੁਜ ਤੇ ਬਾਅਦ ਵਿੱਚ ਸਵਾਮੀ ਰਾਮਾਨੰਦ, ਪਰਮਾਨੰਦ ਤੇ ਕਬੀਰ, ਰਵਿਦਾਸ ਤੇ ਨਾਮ ਦੇ ਦੁਆਰਾ ਭਗਤੀ ਲਹਿਰ ਉਛਲੀ। ਪਰ ਸਮੇਂ ਦੇ ਸੰਤਾਪ ਮੁਗਲਾਂ ਦੀ ਤਲਵਾਰ ਸਾਹਮਣੇ ਨਾ ਠਹਿਰ ਸਕੀ। ਅਹਿੰਸਾ, ਪਰਮੋ ਧਰਮ ਤੇ ਪ੍ਰੇਮ ਭਗਤੀ ਤੇ ਖੜੇ ਬੁੱਧ ਤੇ ਭਗਤਾਂ ਦੇ ਦੇਸ਼ ਵਿੱਚ ਹੁਣ ਸਿਰਫ ਇਸਲਾਮ ਦੀ ਤਲਵਾਰ ਹੀ ਰਹਿ ਗਈ ਸੀ। ਸਿਰ ਝੁਕਣਾ ਜਾਂ ਸਿਰ ਕੱਟਣਾ ਇਸ ਤਲਵਾਰ ਦਾ ਲਕਸ਼ ਸੀ। ਕੁਝ ਕੱਟਦੇ ਗਏ, ਕੁਝ ਝੁਕਦੇ ਗਏ। ਐਸੇ ਦੁਖਾਂਤ ਵਿੱਚ ਫਸਿਆ ਇੱਕ ਮਹਾਨ ਰੌਸ਼ਨੀ ਦੀ ਕਿਰਨ ਉਜਾਗਰ ਹੋਈ, ਜਿਸ ਨਾਲ ਸਿੱਖੀ ਦੀਆਂ ਲਹਿਰਾਂ ਉਮੜ ਪਈਆਂ ਅਤੇ ਉਹ ਰੌਸ਼ਨੀ ਸੀ ਧੰਨ ਗੁਰੂ ਨਾਨਕ ਦੇਵ ਜੀ। ਭਾਗ ਦੂਜਾ। ਗੁਰੂ ਨਾਨਕ ਤੇ ਸਿੱਖੀ ਧਾਰਾ। ਸਮੇਂ ਦੇ ਅੰਤਰਾਲ ਤੇ ਸਥਾਨਕ ਦੂਰੀਆਂ ਵੀ ਆਮ ਮਨੁੱਖ ਨੂੰ ਪ੍ਰਭਾਵਿਤ ਕਰਦੀਆਂ ਹਨ। ਦੁਨੀਆ ਵਿੱਚ ਕਿਤਨੇ ਅਵਤਾਰੀ ਪੁਰਸ਼ ਮਿਹਨਤ ਕਰਕੇ ਮਨੁੱਖ ਨੂੰ ਈਸ਼ਵਰ ਦੇ ਨੇੜੇ ਲਿਆਉਂਦੇ ਹਨ। ਅਵਤਾਰ ਦੀਆਂ ਸਮੇਂ ਤੇ ਸਥਾਨਕ ਦੂਰੀਆਂ ਕਈ ਤਰ੍ਹਾਂ ਦੀਆਂ ਭ੍ਰਾਂਤੀਆਂ ਨੂੰ ਜਨਮ ਦਿੰਦੀਆਂ ਹਨ। ਅਗਰ ਸੂਖਸ਼ਮ ਬੁੱਧੀ ਨਾਲ ਅਵਤਾਰ ਦੀ ਵਿਚਾਰਧਾਰਾ ਨੂੰ ਨਾ ਪਕੜਿਆ ਜਾਏ ਤਾਂ ਮਨੁੱਖ ਜੀਵਨ ਧਾਰਾ ਦੇ ਕੇਂਦਰ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ, ਔਰ ਐਸਾ ਹਰ ਸਮੇਂ ਹੁੰਦਾ ਰਿਹਾ ਹੈ। ਅਵਤਾਰ ਦੀ ਹੋਂਦ ਉਸ ਦੇ ਬੋਲ ਸ਼ਬਦ ਨੂੰ ਅਗਰ ਉਸ ਦਾ ਸਹੀ ਰੂਪ ਜਾਣਿਆ ਜਾਏ ਤਾਂ ਈਸ਼ਵਰੀ ਨੇੜਤਾ ਤੇ ਲੀਨਤਾ ਸਦਾ ਬਣੀ ਰਹਿੰਦੀ ਹੈ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਦਾ ਸ਼ਬਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਦਿਖਾਈ ਐਸਾ ਦੇ ਰਿਹਾ ਹੈ ਕਿ ਅੱਜ ਸਿੱਖ ਅਧਿਕਤਰ ਸ਼ਬਦ ਤੋਂ ਟੁੱਟ ਚੁੱਕਿਆ ਹੈ। ਤਦੇ ਤਾਂ ਸਿੱਖ ਸਮਾਜ ਵਿੱਚ ਸ਼ਬਦ ਦੀ ਮਹਿਮਾ ਨਾ ਹੋਣ ਕਰਕੇ ਵਿਅਕਤੀ ਦੀ ਮਹਿਮਾ ਹੋ ਰਹੀ ਹੈ। ਵਿਅਕਤੀ ਦਾ ਆਪਣਾ ਸੀਮਿਤ ਦਾਇਰਾ ਤੇ ਸੋਚਣੀ ਹੁੰਦੀ ਹੈ, ਜਿਸ ਤੇ ਸਮੇਂ ਅਨੁਸਾਰ ਹੰਕਾਰ ਦੀ ਚਾਸ਼ਨੀ ਵੀ ਚੜ੍ਹ ਜਾਂਦੀ ਹੈ। ਭਿੰਨ ਵਿਅਕਤੀ ਤੇ ਭਿੰਨ ਵਿਚਾਰਧਾਰਾ ਦੇ ਪ੍ਰਵਾਹ ਕਰਕੇ ਕੌਮਾਂ ਟੁਕੜੇ ਹੋ ਜਾਂਦੀਆਂ ਹਨ। ਬਾਕੀ ਕੌਮਾਂ ਵਾਂਗ ਐਸਾ ਹੀ ਸਿੱਖ ਕੌਮ ਨਾਲ ਹੋਇਆ ਹੈ। ਸ਼ਬਦ ਇੱਕ, ਗੁਰੂ ਇੱਕ, ਵਿਚਾਰਧਾਰਾ ਇੱਕ ਔਰ ਪਰਮ ਸ਼ਕਤੀ ਪ੍ਰਮਾਤਮਾ ਇੱਕ। ਲੇਕਿਨ ਵਿਅਕਤੀ ਦੇ ਹੰਕਾਰ ਆਸ਼ਰਿਤ ਵਿਚਾਰ ਕੌਮਾਂ ਨੂੰ ਟੁਕੜੇ ਕਰ ਦਿੰਦੇ ਹਨ। ਰਾਜਨੀਤਿਕ ਵਿਚਾਰਧਾਰਾ ਸ਼ੁੱਧ ਰੂਪ ਵਿੱਚ ਅਹੰਕਾਰ ਆਸ਼ਰਿਤ ਹੁੰਦੀ ਹੈ। ਪਖੰਡੀ ਤੇ ਅਹੰਕਾਰ ਆਸ਼ਰਿਤ ਅਖੌਤੀ ਸਾਧਾਂ ਕਰਕੇ ਵੀ ਸਿੱਖ ਕੌਮ ਭਿੰਨ ਟੁਕੜਿਆਂ ਵਿੱਚ ਬਿਖਰ ਕੇ ਕਮਜ਼ੋਰ ਹੁੰਦੀ ਜਾ ਰਹੀ ਹੈ। ਐਸੀ ਰਹਿਬਰੀ ਕਰ ਰਹੇ ਹਨ, ਡੁੱਬੇ ਹੋਏ ਪਾਰ ਜਾਣ ਤੇ ਵਸੀਲੇ ਦਸਾ ਰਹੇ ਹਨ, ਬਿਮਾਰ ਔਸ਼ਧੀਆਂ ਵੰਡ ਰਹੇ ਹਨ। ਇਸ ਦਾ ਦੁਖਾਂਤ ਫਲ ਇਹ ਪ੍ਰਗਟ ਹੋਇਆ ਹੈ ਕਿ ਸਿੱਖ ਕੌਮ ਦਾ ਸੰਸਾਰ ਵਿੱਚ ਕੋਈ ਉਜਵਲ ਰੂਪ ਨਹੀਂ ਪੇਸ਼ ਹੋ ਸਕਿਆ। ਗੁਣ ਪ੍ਰਮਾਤਮਾ ਰੂਪੀ ਸੂਰਜ ਦੀਆਂ ਕਿਰਨਾਂ ਹੁੰਦੀਆਂ ਹਨ, ਉਹ ਕਿਰਨ ਨੂੰ ਕੋਈ ਸੱਟ ਕੱਟ ਨਹੀਂ ਸਕਦਾ, ਕੋਈ ਮੈਲਾ ਨਹੀਂ ਕਰ ਸਕਦਾ। ਗੁਣ ਆਸ਼ਰਿਤ ਕੌਮ ਸਦਾ ਸਹਿਤ ਤੇ ਕਾਰੀ ਜਾਂਦੀ ਹੈ, ਪਰ ਬਦਕਿਸਮਤੀ ਇਹ ਹੈ ਕਿ ਗੁਰਮਤ ਰਹਿਬਰੀ ਦੇ ਦਾਅਵੇਦਾਰ ਇਸ ਉਜਵਲਤਾ ਨੂੰ ਪੇਸ਼ ਨਹੀਂ ਕਰ ਸਕੇ। ਕੋਈ ਸਾਨੂੰ ਝਗੜਾਲੂ, ਤੰਗ ਨਜ਼ਰ ਤੇ ਕੋਈ ਮੋਟੀ ਅਕਲ ਵਾਲੇ ਕਹਿਣ ਲੱਗ ਪਿਆ। ਇਸ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਲੋਕਾਂ ਤੇ ਹੈ ਜੋ ਗੁਰਮਤ ਧਰਮ ਦੇ ਰਹਿਬਰ ਤੇ ਪ੍ਰਚਾਰ ਵਾਲੇ ਆਖੇ ਜਾਂਦੇ ਹਨ। ਕੌਮ ਦੀ ਇਸ ਅਦੋਗਤੀ ਦੀ ਜ਼ਿੰਮੇਵਾਰ ਪ੍ਰਬੰਧਕ ਤੇ ਪ੍ਰਚਾਰਕ ਸ਼੍ਰੇਣੀ ਹੈ, ਔਰ ਇਸ ਵਿੱਚ ਬਹੁਤਾ ਕਸੂਰ ਪ੍ਰਬੰਧਕ ਸ਼੍ਰੇਣੀ ਦਾ ਹੈ, ਕਿਉਂਕਿ ਇਹ ਸਾਰੀ ਸ਼ਕਤੀ ਇਹਨਾਂ ਕੋਲ ਹੈ। ਜਿਨ੍ਹਾਂ ਸਾਧਾਂ ਕੋਲ ਸੁਤੰਤਰ ਰੂਪ ਵਿੱਚ ਸ਼ਕਤੀ ਹੈ, ਉਹ ਆਪਣੇ ਆਪ ਨੂੰ ਗੁਰੂ ਪ੍ਰਗਟ ਕਰਨ ਵਿੱਚ ਸ਼ਕਤੀ ਦਾ ਦੁਰਉਪਯੋਗ ਕਰ ਰਹੇ ਹਨ। ਲੋਹੇ ਨੂੰ ਲੋਹਾ ਕੱਟਦਾ ਹੈ। ਇਹਨਾਂ ਸ਼ਕਤੀਸ਼ਾਲੀ ਲੋਕਾਂ ਨੂੰ ਜੋ ਧਰਮ ਦੀ ਸ਼ਕਤੀ ਦਾ ਦੁਰਉਪਯੋਗ ਕਰਦੇ ਹਨ, ਇੱਕ ਪਾਸੇ ਕਰਨ ਦੀ ਲੋੜ ਹੈ। ਲੱਕੜ ਨਾਲ ਲੋਹਾ ਨਹੀਂ ਕੱਟੇਗਾ, ਬਲਕਿ ਲੋਹਾ ਹੀ ਲੱਕੜ ਨੂੰ ਕੱਟੇਗਾ। ਜਿਨ੍ਹਾਂ ਕੋਲ ਗੁਰਮਤਿ ਦੀ ਸੂਝ-ਬੂਝ ਤੇ ਰਸ ਹੈ, ਉਹ ਸੰਗਠਨ ਨਹੀਂ ਹਨ। ਦੂਜਾ ਤਬਕਾ ਭਾਈਵਾਲ ਹੋ ਕੇ ਸੰਗਠਿਤ ਹੈ, ਜਿਸ ਕਰਕੇ ਕੌਮ ਰਸਾਤਲ ਦੀ ਤਰਫ ਜਾ ਰਹੀ ਹੈ। ਭਾਗ ਤੀਜਾ। ਰਾਜਸੀ ਸਵਾਰਥ ਤੇ ਗੋਲਕ ਦਾ ਲਾਭ। ਚੱਲਦਾ